ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਕੁੱਲਾ ਭੁੱਲਾ ਝੰਝੂ ਦੋਏ ਸੋਇਨੀ ਹੁਤੋ ਭਗੀਰਥ ਜੋਏ। ਤੀਨੋਂ ਪ੍ਰਾਪਤ ਭੇ ਗੁਰ ਸ਼ਰਨੀ ਬੰਧਨ ਕੀਨ ਅਰਜ਼ ਨਿਜ ਬਰਨੀ। ਕੁੱਲਾ ਭੁੱਲਾ ਝੰਝੂ ਦੋਏ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਜਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਆਪ ਕਰਤਾ ਪੁਰਖ ਜੀ ਰੱਬ ਜੀ ਪਰਮੇਸ਼ਰ ਜੀ ਧੰਨ ਧੰਨ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ ਗੱਜ ਕੇ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਆਪ ਦੀ ਸਿੱਖ ਸੰਗਤਾਂ ਬੜੇ ਪਿਆਰ ਨਾਲ ਬੈਠ ਕੇ ਗੁਰਬਾਣੀ ਜੀ ਦਾ ਪਾਠ ਮੁੱਖ ਵਾਕ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੇ ਕੀਨੇ ਦਾਨਾ। ਆਪ ਜੀ ਨੇ ਮਹਾਰਾਜ ਜੀ ਦੇ ਪਾਠ ਸਰਵਣ ਕੀਤੇ। ਆਓ ਹੁਣ ਕੁਝ ਸਮਾਂ ਗੁਰੂ ਜੀ ਦੇ ਚਰਨਾਂ ਨਾਲ ਚਿੱਤ ਜੋੜੀਏ। ਸਭ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਆਪ ਜੀ ਸਿੱਖ ਸੰਗਤਾਂ ਪੰਜਵੇਂ ਪਾਤਸ਼ਾਹ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਰਵਣ ਕਰ ਰਹੇ ਹੋ। ਕੋਈ ਰਸਨਾ ਬਾਂਝੀ ਨਾ ਰਹੇ। ਪਿਆਰ ਨਾਲ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਆਪ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏਮਨ ਹੋ ਕੇ ਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ। ਕੱਲ੍ਹ ਲੜੀਵਾਰ ਕਥਾ ਆਪ ਜੀ ਨੇ ਸਰਵਣ ਕੀਤੀ। ਦੋ ਸਿੱਖ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਏ ਭਾਈ ਬਾਲਾ ਜੀ ਤੇ ਭਾਈ ਕਿਸ਼ਨਾ ਜੀ। ਉਹਨਾਂ ਨੂੰ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਜੀ। ਇਹਨਾਂ ਤੋਂ ਬਾਅਦ ਭਾਈ ਸਮੁੰਦਾ ਜੀ ਮਹਾਰਾਜ ਜੀ ਦੀ ਹਾਜ਼ਰੀ 'ਚ ਆਏ ਜੀ। ਇਹ ਗੁਰਸਿੱਖਾਂ ਦੇ ਨਾਮ ਨੇ ਜੀ। ਜੇ ਕਿਤੇ ਸਾਨੂੰ ਯਾਦ ਹੋ ਜਾਣ ਨਾ ਜੀ ਬੜੀ ਚੰਗੀ ਗੱਲ ਹੈ ਜੀ। ਸਾਰੇ ਮਹੱਲੇ ਦੇ ਬੰਦਾ ਨਾਮ ਯਾਦ ਕਰ ਲੈਂਦਾ। ਗੁਰੂ ਜੀ ਦੇ ਸਿੱਖਾਂ ਦੇ ਨਾਮ ਯਾਦ ਕਰਕੇ ਖੁਸ਼ ਨਹੀਂ ਹੈਗਾ ਜੀ। ਆਤਮਿਕ ਜੀਵਨ ਵੀ ਫਿਰ ਓਨਾ ਕੀ ਹੁੰਦਾ ਜੀ। ਭਾਈ ਸਮੁੰਦਾ ਜੀ ਜੁੜੇ ਹੋਏ ਨੇ ਜੀ। ਭਾਈ ਸਮੁੰਦਾ ਜੀ ਨੇ ਬੇਨਤੀ ਕੀਤੀ ਮਹਾਰਾਜ ਸਨਮੁਖ ਤੇ ਬੇਮੁਖ ਸ਼ਬਦ ਅਸੀਂ ਸੁਣਦੇ ਹਾਂ। ਮਹਾਰਾਜ ਸਨਮੁਖ ਤੇ ਬੇਮੁਖ ਕਿਹਨੂੰ ਕਹਿੰਦੇ ਆ? ਮੇਰੇ ਤੇ ਕਿਰਪਾ ਕਰਦੇ ਹੋ। ਗੁਰੂ ਸਾਹਿਬ ਜੀ ਨੇ ਭਾਈ ਸਮੁੰਦਾ ਜੀ ਨੂੰ ਫਿਰ ਸਨਮੁਖ ਤੇ ਬੇਮੁਖ ਦਾ ਖੋਲ ਕੇ ਵਿਸਥਾਰ ਕਰਕੇ ਦੱਸਿਆ ਜੀ। ਇੱਕ ਸ਼ਾਹੂਕਾਰ ਨੇ ਆਪਣਾ ਨੌਕਰ ਕਿਸੇ ਕੰਮ 'ਤੇ ਭੇਜਿਆ। ਕੰਮ ਕਰਕੇ ਸਫਲ ਹੋ ਕੇ ਜਦੋਂ ਉਹ ਵਾਪਸ ਆਉਂਦਾ ਹੈ ਉਹਨੂੰ ਮਹਾਰਾਜ ਕਹਿੰਦੇ ਸਨਮੁਖ।
ਹੁਣ ਇਹ ਗੱਲ ਨੂੰ ਵੀ ਖੋਲਿਆ ਮਹਾਰਾਜ ਨੇ। ਪਰਮੇਸ਼ਰ ਨੇ ਸਾਨੂੰ ਸਰੀਰ ਬਖਸ਼ਿਸ਼ ਕੀਤਾ, ਜਿਹੜਾ ਫਿਰ ਪਰਮੇਸ਼ਰ ਦੇ ਇਸ ਬਖਸ਼ੇ ਹੋਏ ਸਰੀਰ ਦੇ ਮੁੱਖ ਕਾਰਜ ਨੂੰ ਸਫਲਾ ਕਰ ਲੇਗਾ, ਸੁਰਖਰੂ ਹੋ ਕੇ ਦਰਗਾਹ ਵਿੱਚ ਜਾਏਗਾ, ਉਹਨੂੰ ਸਨਮੁਖ ਕਹਿੰਦੇ ਆ। 3 ਚੀਜ਼ਾਂ ਮਹਾਰਾਜ ਨੇ ਦਸੀਆਂ ਦਰਗਾਹ ਵਿੱਚ ਪਹੁੰਚਣ ਵਾਸਤੇ ਜੀ। ਉਹ ਤੁਸੀਂ ਕੱਲ ਸੁਣੀਆਂ, ਨਾਮ, ਦਾਨ ਤੇ ਇਸ਼ਨਾਨ। ਬਾਣੀ ਵਿੱਚ ਵੀ ਮਹਾਰਾਜ ਕਹਿੰਦੇ ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿਜ ਧਿਆਨ, ਗੁਰਮੁਖ ਪਾਵੈ ਦਰਗਹਿ ਮਾਣ। ਮਹਾਰਾਜ ਕਹਿੰਦੇ ਆ ਗੁਰਮੁਖ ਫਿਰ ਦਰਗਾਹ 'ਚ ਮਾਣ ਪ੍ਰਾਪਤ ਕਰਦਾ ਹੈ। ਅੰਮ੍ਰਿਤ ਵੇਲੇ ਦੇ ਇਸ਼ਨਾਨ ਤੋਂ ਬਾਅਦ ਸਾਰਾ ਦਿਨ ਪਹਿਲਾਂ ਆਪਣਾ ਨਿਤਨੇਮ ਕਰੇ, ਸਾਰਾ ਦਿਨ ਕੰਮਕਾਰ ਕਰਦਿਆਂ ਨਾਮ ਦੇ ਵਿੱਚ ਚਿੱਤ ਜੋੜ ਕੇ ਰੱਖੇ ਜੀ। ਜੇ ਮੁਖ ਤੋਂ ਕੰਮ ਕਰਦਿਆਂ ਵਾਹਿਗੁਰੂ ਵਾਹਿਗੁਰੂ ਕਹਿਆ ਜਾਂਦਾ ਕਹੇ, ਜੇ ਨਹੀਂ ਮਨ ਹੀ ਮਨ ਆਖੀ ਜਾਵੇ ਜੀ। ਭਾਈ ਸਮੁੰਦਾ ਜੀ ਨੇ ਗੁਰੂ ਜੀ ਦਾ ਉਪਦੇਸ਼ ਸੁਣਿਆ, ਉਪਦੇਸ਼ ਸੁਣ ਕੇ ਖੁਸ਼ ਹੋਏ ਤੇ ਭਾਈ ਸਮੁੰਦਾ ਜੀ ਫਿਰ ਉਵੇਂ ਕਰਨ ਵੀ ਲੱਗ ਪਏ ਜੀ। ਇੱਕ ਦਿਨ ਤੁਸੀਂ ਇੰਜ ਕਰਕੇ ਵੇਖੋ, ਇੱਥੇ ਸ਼ਾਂਤੀ ਆਏਗੀ ਜੀ, ਮਨ 'ਚ ਸ਼ਾਂਤੀ ਆਏਗੀ। ਗੁਰਮੁਖੋ ਮਨ 'ਚ ਸ਼ਾਂਤੀ ਨਹੀਂ ਆਉਂਦੀ, ਬਾਕੀ ਤੇ ਸਾਰੇ ਕੰਮ ਹੀ ਬੰਦਾ ਕਰੀ ਬੈਠਾ ਹੈ ਜੀ। ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਮਹਾਰਾਜ ਜੀ ਨੇ ਦੱਸਿਆ ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿਜ ਧਿਆਨ, ਗੁਰਮੁਖ ਪਾਵੈ ਗੁਰਮੁਖ ਦਰਗਹਿ, ਗੁਰਮੁਖ ਪਾਵੈ ਦਰਗਹਿ ਮਾਨ, ਗੁਰਮੁਖ ਭਉ ਭੰਜਨ ਪ੍ਰਦਾਨ, ਗੁਰਮੁਖ ਕਰਨੀ ਕਾਰ ਕਰਾਏ, ਨਾਨਕ ਗੁਰਮੁਖ ਮੇਲ ਮਿਲਾਏ। ਉੱਚੇ ਜੀਵਨ ਜਿਨ੍ਹਾਂ ਦੇ ਜੀ, ਉਹਨਾਂ ਦੇ ਜੀਵਨ 'ਚ ਇਹ ਗੱਲਾਂ ਮਿਲਦੀਆਂ ਨੇ ਜੀ। ਉਹਨਾਂ ਦਾ ਦੁਨੀਆ ਤੇ ਪ੍ਰਭਾਵ ਪਿਆ, ਦੁਨੀਆ ਨੇ ਉਹਨਾਂ ਨੂੰ ਪੂਜਿਆ ਸਾਧ ਸੰਗਤ ਜੀ। ਹੁਣ ਆਪਾਂ ਕਥਾ ਸਰਵਣ ਕਰੀਏ। ਜੋੜੋ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਧਿਆਨ, ਕੋਈ ਰਸਨਾ ਵਾਂਝੀ ਨਾ ਰਹੇ। ਗੱਜ ਕੇ ਸਾਰੇ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਕੁੱਲਾ ਭੁੱਲਾ ਝੰਝੂ ਦੋਏ, ਸੋਇਨੀ ਹੁਤੋ ਭਗੀਰਥ ਜੋਏ। ਇਹ ਤੁਸੀਂ ਸਿੱਖਾਂ ਦੇ ਨਾਮ ਸੁਣੇ ਜੀ। 3 ਸਿੱਖਾਂ ਦਾ ਨਾਮ ਆਇਆ ਜੀ, ਭਾਈ ਕੁੱਲਾ ਝੰਝੂ ਜੀ, ਭਾਈ ਭੁੱਲਾ ਝੰਝੂ ਜੀ, ਹਾਂਜੀ, ਤੇ ਤੀਜੇ ਨੇ ਭਾਈ ਭਗੀਰਥ ਜੀ। ਇਹ ਪੁਰਾਣੇ ਨਾਮ ਇਹੋ ਜਿਹੇ ਹੁੰਦੇ ਸੀ, ਕੁੱਲਾ ਭੁੱਲਾ। ਸੋ ਇਹ ਸਿੱਖ ਜਿਹੜੇ ਹਨ, ਤੀਨੋਂ ਪ੍ਰਾਪਤ ਭੇ ਗੁਰ ਸ਼ਰਨੀ। ਤੀਨੋਂ ਪ੍ਰਾਪਤ ਭੇ ਗੁਰ ਸ਼ਰਨੀ। ਤਿੰਨੋਂ ਹੀ ਫਿਰ ਇਕੱਠੇ ਹੋ ਕੇ ਆਪਣਾ ਭਲਾ ਕਰਨ ਵਾਸਤੇ ਗੁਰੂ ਜੀ ਦੇ ਚਰਨਾਂ 'ਚ ਆਏ ਜੀ। ਤਿੰਨਾਂ ਦੀ ਅਵਸਥਾ ਹੈ, ਨਾਮ ਜਪਦੇ ਹੈ ਜੀ। ਕੁੱਲਾ ਜੀ, ਭੁੱਲਾ ਜੀ, ਭਗੀਰਥ ਜੀ, ਹਾਂਜੀ। ਬੰਦਨ ਕੀਨ ਅਰਜ਼ ਨਿਜ ਬਰਨੀ। ਆਏ, ਆ ਕੇ ਬੜੇ ਪ੍ਰੇਮ ਨਾਲ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਇਹਨਾਂ ਨੇ, ਗੁਰੂ ਜੀ ਦੇ ਚਰਨਾਂ 'ਚ ਸਿਰ ਨਿਵਾਇਆ। ਗੁਰੂ ਗਰੀਬ ਨਿਵਾਜ ਸੁਨੀਜੈ। ਮੌਕਾ ਮਿਲ ਗਿਆ ਗੁਰੂ ਜੀ ਨਾਲ ਗੱਲ ਕਰਨ ਦਾ ਜੀ। ਤੇ ਪਤਾ ਕੀ ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਮਹਾਰਾਜ ਸਾਡੀ ਬੇਨਤੀ ਸੁਣਿਓ। ਹੁਣ ਸੰਗਤ ਜੀ ਧਿਆਨ ਨਾਲ ਸੁਣਿਓ, ਇਹਨਾਂ ਨੇ ਸਧਾਰਨ ਗੱਲਾਂ ਨਹੀਂ ਕਰਨੀਆਂ ਜੀ, ਬੜੇ ਸਿਆਣੇ ਨੇ ਜੀ। ਇਹ ਜੀ ਬਿਲਕੁਲ ਸੱਚੀਆਂ ਗੱਲਾਂ ਕਰਨੀਆਂ ਜੀ, ਜਿਨ੍ਹਾਂ ਵੱਲ ਬੰਦਾ ਧਿਆਨ ਨਹੀਂ ਦਿੰਦਾ। ਹਾਂਜੀ। ਹਮਕੋ ਦੁਖੀ ਬਿਸਾਲ ਜਨੀਜੈ। ਸੱਚੇ ਪਾਤਸ਼ਾਹ ਅਸੀਂ ਤਿੰਨੋਂ ਦੁਖੀ ਹੈਗੇ ਆ,
ਕੀ ਤਿੰਨਾਂ ਨੂੰ ਕੋਈ ਰੋਗ ਲੱਗਾ ਹੈ ਜੀ? ਨਹੀਂ, ਪਰ ਸੁਣੋ ਧਿਆਨ ਨਾਲ। ਹਾਂਜੀ, ਬਹੁ ਜੂਨਨ ਮੈਂ ਜਨਮਤ ਆਏ। ਅਸੀਂ ਸੁਣਿਆ ਬੜੀਆਂ ਜੂਨਾਂ ਵਿੱਚੋਂ ਭਟਕਦੇ ਭਟਕਦੇ ਮਨੁੱਖਾ ਸਰੀਰ ਮਿਲਿਆ, ਬੜੀਆਂ ਜੂਨਾਂ ਚੋਂ ਭਟਕਦੇ ਹੋਏ ਇੱਥੇ ਆਏ ਆ। ਕਿਸੇ ਜਨਮ 'ਚ ਕੁੱਤਾ, ਕਿਸੇ ਜਨਮ 'ਚ ਬਿੱਲਾ, ਕਈ ਜੂਨਾਂ ਵਿੱਚੋਂ ਬੰਦਾ ਭੋਗ ਕੇ ਆਇਆ ਜੀ। ਕਈ ਜਨਮ ਗੱਜ, ਮੀਨ, ਕੁਰੰਗਾ, ਹਾਥੀ ਦਾ ਸਰੀਰ ਮਿਲਿਆ ਜੀ। ਮਹਾਰਾਜ ਕਈ ਜੂਨਾਂ ਵਿੱਚੋਂ ਜਨਮਦੇ ਹੋਏ ਇਸ ਜਨਮ ਵਿੱਚ ਆਏ ਆ। ਹੋਤ ਮ੍ਰਿਤਕ ਬਹੁ ਸੰਕਟ ਪਾਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਪਤਾ ਲੱਗਾ ਇਸ ਜਨਮ ਵਿੱਚ ਵੀ ਮਰ ਜਾਣਾ। ਤੁਸੀਂ ਅੰਦਾਜ਼ਾ ਲਾਓ, ਭਾਗਾਂ ਵਾਲਾ ਬੰਦਾ ਹੋਊਗਾ ਜਿਹੜਾ ਜਿੰਦਿਆਂ ਦੀ ਮੌਤ ਤੋਂ ਡਰ ਕੇ ਰੱਬ ਵਾਲੇ ਪਾਸੇ ਲੱਗ ਜਾਏਗਾ ਜੀ। ਮਹਾਰਾਜ ਪਤਾ ਲੱਗਾ ਮਰ ਜਾਣਾ। ਹਾਂਜੀ, ਜਬ ਪ੍ਰਾਨੀ ਕੇ ਨਿਕਸੈ ਪ੍ਰਾਨ। ਅਸੀਂ ਸੁਣਿਆ ਜਦੋਂ ਬੰਦੇ ਦੇ ਪ੍ਰਾਣ ਨਿਕਲਦੇ ਆ, ਹਾਂਜੀ, ਵੱਡ ਦੁੱਖ ਪਾਏ ਨਾ ਅਪਰ ਸਮਾਨ। ਉਦੋਂ ਫਿਰ ਉਹ ਦੁੱਖ ਪਾਉਂਦਾ ਹੈ ਬੰਦਾ ਜਿਹੜਾ ਕਿਸੇ ਹੋਰ ਦੁੱਖ ਦੇ ਬਰਾਬਰ ਨਹੀਂ ਹੈਗਾ ਜੀ। ਸੰਗਤ ਜੀ, ਇਹ ਤੇ ਜਦੋਂ ਜਿੰਦ ਸਰੀਰ ਨੂੰ ਛੱਡ ਕੇ ਜਾਂਦੀ ਹੈ ਨਾ, ਉਦੋਂ ਹੀ ਪਤਾ ਲੱਗਦਾ ਹੈ ਜੀ। 2 ਕੁ ਪ੍ਰਮਾਣ ਮੈਂ ਬਾਣੀ ਵਿੱਚੋਂ ਦੇ ਦਿੰਦਾ। ਮਹਾਰਾਜ ਬਾਣੀ 'ਚ ਕਹਿੰਦੇ ਆ ਜਿੰਦ ਨਿਮਾਣੀ ਬਣ ਜਾਣੀ ਜੀ, ਇਹਦਾ ਕੋਈ ਮਾਣ ਨਹੀਂ ਹੋਣਾ ਜੀ। ਭਾਵ ਅਸੀਂ ਜੀ ਇਸ ਸਰੀਰ ਵਿੱਚੋਂ ਖਿੱਚ ਕੇ ਜਦੋਂ ਸਾਨੂੰ ਕੱਢਣਾ ਹੈ ਨਾ, ਸਭ ਹੱਡੀਆਂ ਕੜਕਾ ਦੇਣੀਆਂ ਜੀ ਉਹਨਾਂ ਨੇ ਜੀ। ਆਕੜ ਜਾਂਦਾ ਜੀ ਸਰੀਰ ਜੀ। ਜਿੰਦ ਨਿਮਾਣੀ ਕੱਢੀਐ ਹੱਡਾ ਕੂ ਕੜਕਾਏ। ਫਿਰ ਬਾਬਾ ਕਬੀਰ ਜੀ ਇੱਕ ਗੱਲ ਕਹਿੰਦੇ ਆ, ਕਹਿੰਦੇ ਕਬੀਰ ਜਮ ਕਾ ਠੇਂਗਾ ਬੁਰਾ ਹੈ। ਠੇਂਗੇ ਦਾ ਅਰਥ ਸੋਟਾ ਹੈ ਜੀ। ਜਮ ਦੇ ਹੱਥ ਵਿੱਚ ਕਹਿੰਦੇ ਸੋਟਾ ਹੈ, ਸਿਰ 'ਚ ਮਾਰਦੇ ਆ, ਉਹ ਇੰਨੀ ਜ਼ੋਰ ਦੀ ਮਾਰਦੇ ਆ, ਬਾਣੀ 'ਚ ਲਿਖਿਆ ਉਹ ਬੰਦੇ ਕੋਲੋਂ ਸਹਿਣ ਨਹੀਂ ਹੁੰਦਾ ਤੇ ਪ੍ਰਾਣ ਨਿਕਲ ਜਾਂਦੇ ਜੀ। ਮਾਫ ਕਰਿਓ, ਇਹ ਦਿਨ ਆਉਣਾ ਸਾਰਿਆਂ ਤੇ। ਗੁਰੂ ਕਿਰਪਾ ਕਰੇ ਇਸ ਦੁੱਖ ਤੋਂ ਬਚਾਵੇ ਜੀ। ਮਹਾਰਾਜ ਸੁਣਿਆ ਮਰਨ ਲੱਗਿਆਂ ਜਿਹੜਾ ਦੁੱਖ ਹੁੰਦਾ ਹੈ ਨਾ, ਉਹ ਦੂਜੇ ਦੁੱਖ ਉਹਦੇ ਅੱਗੇ ਕੁਛ ਨਹੀਂ ਹੈਗੇ ਜੀ। ਗੁਰਮੁਖਾਂ ਨੇ ਦੱਸਿਆ, ਕਹਿੰਦੇ ਕੰਢਿਆਂ ਵਾਲੀ ਤਾਰ ਮੁਖ 'ਚ ਪਾ ਕੇ ਗੁਦਾ ਰਾਹੀਂ ਖਿੱਚ ਕੇ ਬਾਹਰ ਕੱਢ ਦਿਓ। ਜਿਹੜੀ ਦਰਦ ਤੇ ਪੀੜ ਹੁੰਦੀ ਹੈ ਮਰਨ ਸਮੇਂ ਉਨੀ ਹੁੰਦੀ ਹੈ ਜੀ। ਹਾਂਜੀ, ਜਬ ਹਮ ਆਏ ਸ਼ਰਨ ਤੁਮਾਰੀ। ਹੁਣ ਮਹਾਰਾਜ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਆ। ਕਿੰਨੇ ਭਲੇ ਬੰਦੇ ਹੋਣਗੇ ਜਿਹੜੇ ਇਸ ਗੱਲ ਨੂੰ ਮੁੱਖ ਰੱਖ ਕੇ ਗੁਰੂ ਦੀ ਹਜ਼ੂਰੀ 'ਚ ਆਏ ਜੀ। ਹਾਂਜੀ, ਮਹਾ ਕਸ਼ਟ ਤੇ ਲਿਹੋ ਉਬਾਰੀ। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਮਹਾਰਾਜ ਸਾਨੂੰ ਇਸ ਕਸ਼ਟ ਤੋਂ ਬਚਾ ਲਓ, ਇਸ ਦਰਦ ਤੋਂ ਬਚਾ ਲਓ। ਕਿਰਪਾ ਕਰੋ ਹਮ ਪਰ ਅਬ ਐਸੀ। ਤੇ ਅਗਲੀ ਵੀ ਕਿਰਪਾ ਸਾਡੇ ਤੇ ਐਸੀ ਕਰ ਦਿਓ। ਜਨਮ ਮਰਨ ਪੁਨ ਪਾਏ ਨਾ ਕੈਸੀ। ਮਹਾਰਾਜ ਸਾਡਾ ਜਨਮ ਤੇ ਮਰਨ ਹੋਵੇ ਹੀ ਨਾ, ਸਾਨੂੰ ਮਹਾਰਾਜ ਮੁਕਤ ਅਵਸਥਾ ਮਿਲ ਜਾਵੇ। ਸੰਗਤ ਜੀ, ਜਮਾਂ ਦੇ ਵਸ ਪੈ ਜਾਣਾ ਬੜੀ ਮਾੜੀ ਗੱਲ ਹੈਗੀ ਜੀ। ਛੁਟਕਾਰਾ ਨਹੀਂ ਚ ਹੁੰਦਾ ਬੰਦੇ ਦਾ ਜੀ। ਜਮਾਂ ਦਾ ਰਾਹ ਵੀ ਬੜਾ ਭਿਆਨਕ ਤੇ ਜਮ ਵੀ ਬੜੇ ਭਿਆਨਕ ਨੇ ਜੀ। ਸ਼੍ਰੀ ਮੁਖ ਤੇ ਉਚਰਿਓ ਬਨ ਗੁਰਮੁਖ। ਵਾਹਿਗੁਰੂ ਆਖੋ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਜੀ ਨੇ ਫਿਰ ਬਚਨ ਕੀਤਾ। ਮਹਾਰਾਜ ਕਹਿਣ ਲੱਗੇ, ਭਾਈ ਗੁਰਮੁਖ ਬਣੋ। ਫਿਰ ਗੁਰਮੁਖ ਗੁਰਮੁਖ ਬਣੋ। ਕੀ ਬਣੋ? ਗੁਰਮੁਖ। ਹਾਂਜੀ, ਤਿਆਗੋ ਕਰਮ ਜੋ ਕਰਤੇ ਮਨਮੁਖ। ਮਨ ਮੁਖਾਂ ਵਾਲੇ ਕਰਮ ਛੱਡ ਦਿਓ। ਕਹਿਣ ਲੱਗੇ ਮਨ ਮੁਖਾਂ ਵਾਲੇ ਕਰਮ ਛੱਡ ਦਿਓ। ਹਾਂਜੀ, ਪੁੰਨ ਪੁੱਛਿਓ ਸਭ ਭੇਦ ਬਤਾਵੋ। ਹੁਣ ਇਹ ਤਿੰਨੋਂ ਸਿਆਣੇ, ਕੀ ਨਾਮ ਭਲਾ ਤਿੰਨਾਂ ਦਾ? ਤੁਸੀਂ ਕਥਾ ਸੁਣ ਰਹੇ ਜੇ।
ਕੁੱਲਾ ਜੀ, ਭੁੱਲਾ ਜੀ ਤੇ ਭਗੀਰਥ ਜੀ, ਤਿੰਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗੁਰਮੁਖ ਕੌਣ ਹੁੰਦਾ, ਮਨਮੁਖ ਕੌਣ ਹੁੰਦਾ? ਸਨਮੁਖ ਤੇ ਬੇਮੁਖ ਦਾ ਸੁਣਿਆ ਨਾ, ਤੇ ਗੁਰਮੁਖ ਤੇ ਮਨਮੁਖ ਵੀ ਬਾਣੀ 'ਚ ਬੜਾ ਆਇਆ ਜੀ। ਹਾਂਜੀ, ਗੁਰਮੁਖ ਮਨਮੁਖ ਕਹਿ ਸਮਝਾਵੋ। ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰ ਦਿਓ, ਸਾਨੂੰ ਇਹਨਾਂ ਬਾਰੇ ਦੱਸ ਦਿਓ ਵੀ ਹੈ ਕੌਣ ਨੇ। ਜਬ ਹਮ ਲੱਛਣ ਲੇਹ ਪਛਾਨ, ਜਦੋਂ ਸਾਨੂੰ ਪਤਾ ਲੱਗ ਜਾਏਗਾ ਗੁਰਮੁਖਾਂ ਦੇ ਲੱਛਣ, ਹਾਂਜੀ, ਤਬ ਹਮ ਧਰਹਿ ਗੁਰੂ ਬਚਮਾਨ, ਫਿਰ ਅਸੀਂ ਗੁਰਮੁਖਾਂ ਦੇ ਲੱਛਣ ਧਾਰਨ ਕਰ ਲਵਾਂਗੇ। ਕੁਝ ਗ੍ਰਹਿਣ ਕਰਨਾ ਪੈਂਦਾ, ਕੁਝ ਛੱਡਣਾ ਪੈਂਦਾ ਸੰਗਤ ਜੀ। ਜ਼ਿੰਦਗੀ ਚੱਲਦੀ ਇਸ ਤਰੀਕੇ ਨਾਲ ਹੈ ਜੀ। ਹਾਂਜੀ, ਸ਼੍ਰੀ ਮੁਖ ਤੇ ਫੁਰਮਾਵਨ ਕੀਨ, ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮੁਖੋਂ ਫਿਰ ਕਿਰਪਾ ਕਰਦੇ, ਦਇਆ ਕਰਦੇ, ਦੱਸਦੇ ਉਹਨਾਂ ਨੂੰ। ਗੁਰਮੁਖ ਮਨਮੁਖ ਦਵੈ ਬਿਦ ਤੀਨ। ਹਾਂ, ਇਹ ਤੁਸੀਂ ਪਹਿਲੀ ਵਾਰੀ ਸੁਣਨੀ ਹੈ ਗੱਲ ਜੀ। ਮਹਾਰਾਜ ਕਹਿੰਦੇ ਕੁੱਲਾ, ਭੁੱਲਾ ਤੇ ਭਗੀਰਥ, ਜਿਵੇਂ ਤੁਸੀਂ ਤਿੰਨ ਜਣੇ ਆਏ ਹੋ ਨਾ, ਗੁਰਮੁਖ ਵੀ ਤਿੰਨ ਤਰੀਕੇ ਦੇ ਹੁੰਦੇ ਕਹਿਣ ਲੱਗੇ, ਮਨਮੁਖ ਵੀ ਤਿੰਨ ਤਰੀਕੇ ਦੇ ਹੁੰਦੇ ਆ। ਹਾਂਜੀ, ਇੱਕ ਗੁਰਮੁਖ, ਗੁਰਮੁਖ ਤਰ ਦੂਜੋ। ਇੱਕ ਹੁੰਦੇ ਨਿਰੇ ਹੀ ਗੁਰਮੁਖ ਬੰਦੇ, ਹਾਂਜੀ, ਇੱਕ ਹੁੰਦੇ ਨਿਰੇ ਹੀ ਗੁਰਮੁਖ। ਇੱਕ ਮਹਾਰਾਜ ਕਹਿੰਦੇ ਤਰ ਗੁਰਮੁਖ ਹੁੰਦੇ, ਤਰ ਗੁਰਮੁਖ। ਹਾਂਜੀ, ਗੁਰਮੁਖ ਤਮ ਨੀਕੋ ਲਖ ਤੀਜੋ। ਇੱਕ ਤੀਜੇ ਗੁਰਮੁਖ ਜਿਹੜੇ ਹੁੰਦੇ ਉਹਨਾਂ ਨੂੰ ਤਮ ਗੁਰਮੁਖ ਕਹਿੰਦੇ, ਤਮ ਗੁਰਮੁਖ, ਤਰ ਗੁਰਮੁਖ ਤੇ ਤਮ ਗੁਰਮੁਖ। ਹਾਂਜੀ, ਪੀਠ ਕੋ ਕਰਮਨ ਕੋ ਜਨ ਦੀਨ। ਮਹਾਰਾਜ ਕਹਿਣ ਲੱਗੇ ਪਹਿਲਾਂ ਗੁਰਮੁਖਾਂ ਬਾਰੇ ਸੁਣ ਲਓ। ਹੁਣ ਸੰਗਤ ਜੀ ਆਪਾਂ ਅੰਦਾਜ਼ਾ ਲਾ ਲੈਣਾ ਵੀ ਅਸੀਂ ਗੁਰਮੁਖ ਹੈਗੇ ਕਿ ਨਹੀਂ ਹੈਗੇ ਜੀ। ਪਹਿਲੀ ਗੱਲ ਹੀ ਮਹਾਰਾਜ ਕਹਿੰਦੇ ਸੁਣੋ, ਗੁਰਮੁਖ ਉਹ ਹੈ ਜਿਨ੍ਹੇ ਮਾੜੇ ਕੰਮਾਂ ਤੋਂ ਕਿਨਾਰਾ ਕਰ ਲਿਆ ਜੀ, ਵੀ ਮੈਂ ਮਾੜੇ ਕੰਮ ਨਹੀਂ ਕਰਨੇ ਜੀ। ਹੁਣ ਇੱਥੋਂ ਅੰਦਾਜ਼ਾ ਲਾ ਲਓ ਵੀ ਆਪਾਂ ਹੈਗੇ ਕਿ ਨਹੀਂ ਹੈਗੇ ਜੀ। ਜੇ ਮਰਨ ਦੇ ਭਿਆਨਕ ਦੁੱਖ ਤੋਂ ਬਚਣਾ ਤੇ ਮਹਾਰਾਜ ਕਹਿੰਦੇ ਗੁਰਮੁਖ ਬਣੋ। ਗੁਰੂ ਬਚਨ ਸਨਮੁਖ ਮੁਖ ਕੀਨ। ਮਾੜੇ ਕੰਮਾਂ ਤੋਂ ਪਿੱਠ ਕਰ ਲਈ, ਕਿਨਾਰਾ ਕਰ ਲਿਆ, ਗੁਰੂ ਦੇ ਬਚਨਾਂ ਵੱਲ ਜਿਨ੍ਹਾਂ ਨੇ ਮੁਖ ਕਰ ਲਿਆ ਜੀ। ਹਾਂਜੀ, ਕੋ 300 ਜੇ ਕਰੇ ਚੰਗਿਆਈ, ਹਾਂਜੀ, ਸਦ ਜਾਣੈ ਤਿਨ ਕੀ ਭਲਿਆਈ। ਜੇ ਕੋਈ ਉਹਨਾਂ ਨਾਲ ਚੰਗਿਆਈ ਕਰੇ ਜੀ ਤੇ ਉਹ ਫਿਰ ਸਦਾ ਉਸ ਬੰਦੇ ਦਾ ਭਲਾ ਸੋਚੇ ਜੀ। ਹੁਣ ਤੁਸੀਂ ਅੰਦਾਜ਼ਾ ਲਾਓ, ਸਾਡੇ ਨਾਲ ਕੋਈ ਚੰਗਿਆਈ ਕਰੇ, ਅਸੀਂ ਉਹਦਾ ਬੁਰਾ ਕਰੀਏ ਉਹਦੇ ਨਾਲ, ਅਸੀਂ ਗੁਰਮੁਖ ਤਾਂ ਨਹੀਂ ਹੋ ਸਕਦੇ ਜੀ। ਬਾਣੀ ਕਹਿੰਦੀ ਫਰੀਦਾ ਬੁਰੇ ਦਾ ਭਲਾ ਕਰ, ਭਲਾ ਕਰ। ਇੱਥੇ ਤੇ ਬੁਰੇ ਦਾ ਵੀ ਭਲਾ ਦੀ ਗੱਲ ਹੈਗੀ ਜੀ। ਮਹਾਰਾਜ ਕਹਿੰਦੇ ਮਾੜੇ ਕੰਮਾਂ ਨੂੰ ਪਿੱਠ ਦੇ ਕੇ ਗੁਰੂ ਦੇ ਬਚਨਾਂ ਨੂੰ ਮੁੱਖ ਕਰ ਲੈਣਾ, ਤੇ ਜੇ ਕੋਈ ਤੁਹਾਡਾ ਭਲਾ ਕਰੇ ਉਹਦੇ ਨਾਲ ਚੰਗਾ ਕਰਨਾ। ਹਾਂਜੀ, ਚਿਤ ਨਾ ਵਿਸਾਰੈ ਹੈ ਚਹਿ ਉਪਕਾਰਾ। ਉਸ ਬੰਦੇ ਦਾ ਉਪਕਾਰ ਚੇਤੇ ਰੱਖਣਾ ਵੀ ਮਾੜੇ ਸਮੇਂ ਇਸ ਬੰਦੇ ਨੇ ਮੇਰੀ ਸਹਾਇਤਾ ਕੀਤੀ ਸੀਗੀ। ਹਾਂਜੀ, ਮਾੜੇ ਬੰਦੇ, ਇਸ ਬੰਦੇ ਨੇ ਮੇਰੀ ਸਹਾਇਤਾ, ਮਾੜੇ ਕੰਮ ਸਮੇਂ ਵਿੱਚ ਇਹਨੇ ਮੇਰੀ ਮਦਦ ਕੀਤੀ ਜੀ। ਕੁਝ ਗੱਲਾਂ ਸੰਗਤ ਜੀ ਐਸੀਆਂ ਹੁੰਦੀਆਂ ਨੇ, ਜਦੋਂ ਅਸੀਂ ਉਹਨਾਂ ਗੱਲਾਂ ਨੂੰ ਚੇਤੇ ਰੱਖਦੇ ਮਨ 'ਚ ਨਿਮਰਤਾ ਬਣੀ ਰਹਿੰਦੀ ਜੀ। ਹਾਂਜੀ, ਸਭ ਕੋ ਭਲੋ ਕਰੈ ਇੱਕ ਸਾਰਾ। ਸਾਰਿਆਂ ਦਾ ਫਿਰ ਭਲਾ ਵੀ ਕਰੇ, ਮਹਾਰਾਜ ਕਹਿਣ ਲੱਗੇ ਇਹ ਗੁਰਮੁਖ ਦੇ ਕੰਮ ਨੇ। ਹਾਂਜੀ, ਹੁਣ ਇੰਨੀ ਗੱਲ ਹੀ ਬੰਦਾ ਧਾਰਨ ਕਰ ਲੇ ਜੀ, ਮਾੜੇ ਕੰਮਾਂ ਵੱਲ ਪਿੱਠ ਦੇ ਕੇ ਗੁਰੂ ਦੇ ਬਚਨਾਂ ਵੱਲ ਮੁੱਖ ਕਰ ਲੇ। ਜਿੰਨੇ ਭਲਾ ਕੀਤਾ ਉਹਦੀ ਇੱਜ਼ਤ ਕਰੇ, ਆਪ ਵੀ ਦੂਜਿਆਂ ਦਾ ਭਲਾ ਕਰੇ। ਹਾਂਜੀ, ਇਹੋ ਗੁਰਮੁਖ ਕੇ ਲਖੀਐ ਲੱਛਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਗੀਰਥ ਇਹ ਗੁਰਮੁਖ ਦੇ ਲੱਛਣ ਨੇ। ਐਸੇ ਬੰਦਿਆਂ ਨੂੰ ਗੁਰਮੁਖ ਕਹਿੰਦੇ। ਗੁਰਮੁਖ ਆਪਾਂ ਆਮ ਹੀ ਕਹਿ ਦਿੰਦੇ ਗੁਰਮੁਖੋ ਕੀ ਹਾਲ ਚਾਲ ਹੈ,
ਤੇ ਬੰਦਾ ਭਾਵੇਂ ਗੁਰਮੁਖ ਨਹੀਂ ਹੁੰਦਾ ਜੀ ਉਹ। ਹਾਂਜੀ। ਸੁਨ ਗੁਰਮੁਖ ਤਰ ਜਤਾ ਵਿਚਕਸ਼ਨ। ਹੁਣ ਦੂਜਾ ਗੁਰਮੁਖ ਜਿਹੜਾ ਤਰ ਗੁਰਮੁਖ, ਮਹਾਰਾਜ ਕਹਿੰਦੇ ਉਹਦੀ ਗੱਲ ਸੁਣੋ, ਉਹਦੀ ਅਵਸਥਾ ਹੋਰ ਉੱਚੀ ਹੁੰਦੀ ਜੀ, ਗੁਰਮੁਖ ਤੋਂ ਵੀ ਉੱਚੀ ਹੁੰਦੀ ਜੀ। ਹਾਂਜੀ। ਤਿਆਗ ਕੁਕਰਮਨ ਕੋ ਉਰ ਧਾਰਾ। ਮਹਾਰਾਜ ਕਹਿਣ ਲੱਗੇ ਉਹ ਵੀ ਮਾੜੇ ਕੰਮਾਂ ਨੂੰ ਪਿੱਠ ਕਰਦਾ ਜੀ। ਪਹਿਲੀ ਗੱਲ ਤੇ ਇਹੋ ਹੀ ਹੈ, ਗਲਤ ਕੰਮਾਂ ਤੋਂ ਮਨ ਰੁਕੇ ਜੀ। ਗਿਆਨੀ ਸੰਤ ਸਿੰਘ ਜੀ ਮਸਕੀਨ ਕਹਿੰਦੇ ਬੰਦਗੀ ਕੀ ਹੈ? ਜਿਹੜੇ ਗੁਨਾਹ ਅਸੀਂ ਆਰਾਮ ਨਾਲ ਕਰ ਸਕਦੇ ਹਾਂ, ਸਾਨੂੰ ਕੋਈ ਰੋਕ ਨਹੀਂ ਰਿਹਾ। ਹਾਂਜੀ, ਸਾਨੂੰ ਪਤਾ ਇਹ ਮਾੜਾ ਕੰਮ ਅਸੀਂ ਕਰ ਸਕਦੇ, ਕਿਸੇ ਨੇ ਨਹੀਂ ਰੋਕਣਾ। ਉਹਦੇ ਤੋਂ ਆਪੇ ਰੁਕਣਾ, ਇਹ ਵੀ ਬੰਦਗੀ ਹੈਗੀ ਹੈ ਜੀ। ਆਪੇ ਰੁਕਣਾ ਬੜਾ ਔਖਾ ਹੈ। ਪਹਿਲਾ ਹੀ ਕੰਮ ਮਹਾਰਾਜ ਕਹਿੰਦੇ ਮਾੜੇ ਕੰਮਾਂ ਤੋਂ ਮਨ ਨੂੰ ਰੋਕਣਾ ਜੀ, ਪਿੱਠ ਕਰ ਦੇਣੀ ਮਾੜੇ ਕੰਮਾਂ ਵੱਲ ਜੀ। ਹਾਂਜੀ। ਬ੍ਰਿੰਦ ਸੁਕਰਮਨ ਅੰਗੀਕਾਰਾ। ਤੇ ਚੰਗੇ ਕੰਮ ਕਰਨੇ ਸ਼ੁਰੂ ਕਰ ਦੇਣੇ ਜੀ। ਕੁਝ ਛੱਡਣਾ, ਕੁਝ ਧਾਰਨ ਕਰ ਲੈਣਾ ਜੀ। ਹਾਂਜੀ। ਜੋ ਕਾਰਜ ਕਿਸ ਕੋ ਹੋਏ ਸਾਕੈ ਹੈ, ਕਰੈ ਭਲੋ ਖੋਟੋ ਨਹਿ ਤਾਂਕੈ। ਕਦੀ ਕਿਸੇ ਦਾ ਖੋਟਾ ਨਾ ਸੋਚੇ, ਉਹ ਗੱਲ ਨਾ ਸੋਚੇ ਜਿਹਦੇ ਵਿੱਚ ਕਿਸੇ ਦੂਜੇ ਦਾ ਨੁਕਸਾਨ ਹੈਗਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਮਨਮੁਖ ਸਦਾ ਆਪਣਾ ਲਾਭ ਅੱਗੇ ਰੱਖਦਾ, ਕਿਸੇ ਦਾ ਨੁਕਸਾਨ ਹੁੰਦਾ ਤੇ ਹੋ ਜੇ। ਤੇ ਮੈਂ ਗੁਰਮੁਖਾਂ ਨੂੰ ਵੇਖਿਆ, ਗੁਰਮੁਖ ਕਦੀ ਕਿਸੇ ਦਾ ਨੁਕਸਾਨ ਕਰਕੇ ਰਾਜੀ ਨਹੀਂ ਹੁੰਦੇ ਜੀ। ਇੱਕ ਬੰਦਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਬੜੀ ਨਿੰਦਿਆ ਕਰਿਆ ਕਰੇ ਜੀ। ਭਾਈ ਵੀਰ ਸਿੰਘ ਜੀ ਨੂੰ ਪੰਥ ਜਾਣਦਾ, ਇੱਥੋਂ ਤੱਕ ਅਖਬਾਰ ਵਿੱਚ ਵੀ ਉਹਨੇ ਲੇਖ ਦਿੱਤਾ ਜੀ ਭਾਈ ਵੀਰ ਸਿੰਘ ਜੀ ਦੇ ਉਲਟ। ਉਹਦੇ ਪੁੱਤਰ ਨੂੰ ਨੌਕਰੀ ਮਿਲਣੀ ਸੀਗੀ ਜੀ, ਤੇ ਜਿਸ ਅਫਸਰ ਨੇ ਦੇਣੀ ਸੀ ਨਾ, ਉਹ ਭਾਈ ਵੀਰ ਸਿੰਘ ਜੀ ਦਾ ਸਤਿਕਾਰ ਕਰਦਾ ਸੀ। ਕਿਸੇ ਨੇ ਉਹਨੂੰ ਕਿਹਾ ਵੀ ਤੇਰਾ ਕੰਮ ਬਣ ਸਕਦਾ ਜੇ ਭਾਈ ਵੀਰ ਸਿੰਘ ਉਸ ਅਫਸਰ ਨੂੰ ਕਹਿ ਦੇਣਾ। ਹੁਣ ਉਹ ਤੇ ਭਾਈ ਵੀਰ ਸਿੰਘ ਦੀ ਨਿੰਦਿਆ ਬੜੀ ਕਰਦਾ, ਅਖਬਾਰ 'ਚ ਲਿਖ ਕੇ ਦਿੰਦਾ। ਉਹ ਕਹਿੰਦਾ ਵੀ ਮੈਂ ਤੇ ਉਹਨਾਂ ਦੀ ਨਿੰਦਿਆ ਕਰਦਾ, ਮੈਂ ਨਹੀਂ ਉਹਨਾਂ ਕੋਲ ਜਾਣਾ। ਕਹਿਣ ਵਾਲੇ ਨੇ ਦੱਸਿਆ ਤੂੰ ਹੀ ਨਿੰਦਿਆ ਕਰਦਾ ਨਾ, ਉਹ ਗੁਰਮੁਖ ਹੈਗੇ ਆ, ਉਹਨਾਂ ਨੇ ਤੇਰੀ ਇਸ ਗੱਲ ਦੀ ਪਰਵਾਹ ਨਹੀਂ ਕਰਨੀ, ਤੂੰ ਜਾ ਕੇ ਤੇ ਵੇਖ। ਉਹ ਗਿਆ ਜੀ। ਮਰਦਾ ਕੀ ਨਹੀਂ ਕਰਦਾ, ਲੋੜ ਪੈਣ ਤੇ ਬੰਦਾ ਸਭ ਕੁਝ ਕਰਦਾ ਜੀ। ਸੰਗਤ ਜੀ ਜਦੋਂ ਉਹ ਗਿਆ ਨਾ, ਤੇ ਜਾ ਕੇ ਭਾਈ ਸਾਹਿਬ ਨੂੰ ਕਹਿਣ ਲੱਗਾ ਜੀ ਮੇਰੇ ਪੁੱਤਰ ਦੀ ਜ਼ਿੰਦਗੀ ਦਾ ਸਵਾਲ ਹੈ, 2 ਅੱਖਰ ਲਿਖ ਦਿਓ। ਭਾਈ ਸਾਹਿਬ ਨੇ ਉਹਨੂੰ ਚਿੱਠੀ ਲਿਖੀ ਜੀ ਵੱਡੇ ਅਫਸਰ ਨੂੰ, ਇਹ ਬੰਦਾ ਜਿਹੜਾ ਤੇਰੇ ਕੋਲ ਆ ਰਿਹਾ ਇਹ ਮੇਰਾ ਬੜਾ ਖਾਸ ਹੈ। ਕਹਿਣ ਲੱਗੇ ਇਹਦਾ ਕੰਮ ਤੁਰੰਤ ਕਰਨਾ ਹੈ, ਸਾਰੇ ਕੰਮ ਪਿੱਛੇ ਕਰਕੇ। ਲਓ ਜੀ, ਉਹ ਕੰਮ ਬਣ ਗਿਆ ਜੀ ਉਹਦਾ। ਉਹੋ ਹੀ ਬੰਦਾ ਭਾਈ ਵੀਰ ਸਿੰਘ ਜੀ ਦੇ ਪੈਰੀਂ ਪੈ ਗਿਆ ਆ ਕੇ, ਕਹਿੰਦਾ ਭਾਈ ਸਾਹਿਬ ਸਾਰੀ ਉਮਰ ਮੈਂ ਤੁਹਾਡੀ ਨਿੰਦਿਆ ਕੀਤੀ, ਅੱਜ ਤੁਹਾਨੂੰ ਨੇੜੇ ਹੋ ਕੇ ਵੇਖਿਆ, ਤੁਸੀਂ ਵਾਕਈ ਗੁਰੂ ਦਾ ਰੂਪ 'ਚ ਕਹਿਣ ਲੱਗੇ। ਆਖੋ ਵਾਹਿਗੁਰੂ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਮਹਾਰਾਜ ਕਹਿੰਦੇ ਜੇ ਕਿਸੇ ਦਾ ਕੰਮ ਹੋ ਸਕਦਾ ਤੇ ਕਰ ਦਵੇ, ਬੁਰਾ ਨਾ ਤੱਕੇ ਕਿਸੇ ਦਾ। ਹਾਂਜੀ। ਜੋ ਨਰ ਆਪਨ ਕਰੈ ਅਪਕਾਰਾ, ਹਾਂਜੀ। ਤਿਸ ਪਰ ਇਹ ਠਨ ਹੈ ਉਪਕਾਰਾ। ਜਿਹੜੇ ਤਰ ਗੁਰਮੁਖ ਹੁੰਦੇ ਆ ਨਾ, ਮਹਾਰਾਜ ਕਹਿਣ ਲੱਗੇ ਜੇ ਕੋਈ ਉਹਨਾਂ ਨਾਲ ਬੁਰਾਈ ਵੀ ਕਰੇ, ਉਹ ਅੱਗੋਂ ਭਲਾਈ ਕਰਦੇ ਆ ਜੀ। ਤੁਸੀਂ ਸੁਣਿਆ ਨਾ ਭਾਈ ਵੀਰ ਸਿੰਘ ਜੀ ਦਾ ਜ਼ਿਕਰ ਹੈ। ਜੇ ਕੋਈ ਉਹਨਾਂ ਨਾਲ ਬੁਰਾਈ ਵੀ ਕਰੇ, ਗੁਰੂ ਨਾਨਕ ਸਾਹਿਬ ਬਾਰੇ ਇੱਕ ਗੱਲ ਪ੍ਰਚਲਿਤ ਹੈ, ਬੁਰਿਆਂ ਨਾਲ ਵੀ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਹਾਂਜੀ। ਹਿਰਦੈ ਬਿਸਾਰੈ ਸਕਲ ਖੋਟਾਈ। ਬੜਾ ਔਖਾ ਕੰਮ ਹੈਗਾ, ਗੁਰਮੁਖ ਬਣਨਾ ਸੌਖਾ ਥੋੜੀ ਕੰਮ ਹੈਗਾ ਜੀ। ਮਹਾਰਾਜ ਕਹਿਣ ਲੱਗੇ ਕਿਸੇ ਦੇ ਖੁਟਿਆਈ ਨੂੰ ਵੀ ਆਪਣੇ ਮਨ ਚੋਂ ਕੱਢ ਹੀ ਦਵੇ। ਹਾਂਜੀ। ਸਹਿਜ ਸੁਭਾਇਕ ਹੋਇ ਭਲਾਈ। ਐਸੇ ਗੁਰਮੁਖਾਂ ਦਾ ਸਹਿਜ ਸੁਭਾਅ ਭਲਾ ਹੋ ਜਾਂਦਾ ਜੀ।
ਸਹਿਜ ਸੁਭਾਅ ਭਲਾ ਹੋ ਜਾਂਦਾ, ਜਿਹੜੇ ਕਿਸੇ ਦੀ ਬੁਰਾਈ ਨਹੀਂ ਚੇਤੇ ਰੱਖਦੇ ਜੀ। ਤੇ ਮੈਨੂੰ ਮਾਫ ਕਰਿਓ, ਪਰਿਵਾਰਾਂ ਦੇ ਵਿੱਚ ਕਿਸੇ ਨੇ ਕੋਈ ਗੱਲ ਕਹਿਤੀ, ਅੰਦਰ ਗੰਢ ਵੱਜ ਗਈ, ਬੰਦਾ ਛੱਡਣ ਨੂੰ ਹੀ ਤਿਆਰ ਨਹੀਂ ਹੈਗਾ ਜੀ। ਆਖੋ ਵਾਹਿਗੁਰੂ। ਛੱਡਣ ਨੂੰ ਤਿਆਰ ਨਹੀਂ ਹੈਗਾ। ਤੁਹਾਨੂੰ ਪਤਾ ਹੀ ਹੈ, ਆਪਾਂ ਪਰਿਵਾਰਾਂ 'ਚ ਰਹਿੰਦੇ ਜੀ, ਤੇ ਕਹਿੰਦੇ ਸਾਨੂੰ ਗੁਰਮੁਖ ਆਖੋ। ਅਬ ਗੁਰਮੁਖ ਤਮ ਕੇ ਸੁਨ ਲੱਛਣ। ਇਹ ਸੁਣਿਆ ਤੁਸੀਂ, ਤਰ ਗੁਰਮੁਖ, ਕੋਈ ਉਹਦੇ ਨਾਲ ਬੁਰਾ ਵੀ ਕਰੇ ਉਹਨੇ ਭਲਾ ਹੀ ਕਰਨਾ ਹੈ। ਹੁਣ ਧੰਮ ਗੁਰਮੁਖ ਬਾਰੇ ਸੁਣੋ। ਹਾਂਜੀ। ਗਿਆਨ ਸੰਪਨ ਵਿਸਾਲ ਵਿਚਛਨ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਤਰ ਗੁਰਮੁਖ, ਫਿਰ ਉਹਦੇ ਅੰਦਰ ਬ੍ਰਹਮ ਗਿਆਨ ਪੈਦਾ ਹੋਇਆ ਹੁੰਦਾ। ਕਹਿਣ ਲੱਗੇ ਹਾਂਜੀ, ਆਤਮ ਰੂਪ ਜਥਾਵਤ ਜਾਨਾ, ਜਿਸ ਪ੍ਰਕਾਰ ਸਤਿਗੁਰੂ ਬਖਾਨਾ। ਜਿਵੇਂ ਮਹਾਰਾਜ ਨੇ ਬਾਣੀ 'ਚ ਫਿਰ ਲਿਖਿਆ ਨਾ, ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਅਰਜਨ ਸਾਹਿਬ ਕਹਿੰਦੇ ਉਵੇਂ ਹੀ ਫਿਰ ਉਹ ਆਪਣੇ ਆਤਮ ਰੂਪ ਨੂੰ ਜਾਣ ਲੈਂਦਾ ਹੈ ਜੀ, ਵੀ ਮੈਂ ਕੌਣ ਹਾਂ, ਕੀ ਕਰਨ ਸੰਸਾਰ 'ਚ ਆਇਆ। ਹਾਂਜੀ। ਜਗ ਵਿਚਿਤ੍ਰਤਾ ਨਿਸ਼ਚੈ ਨਾਹੀ, ਏਕ ਰੂਪ ਲਖੀਅਤ ਸਭ ਮਾਹੀ। ਤਰ ਗੁਰਮੁਖ ਬਾਰੇ ਤੁਸੀਂ ਸੁਣਿਆ ਵੀ ਜੇ ਕੋਈ ਉਹਦੇ ਨਾਲ ਬੁਰਾ ਕਰੇ ਉਹਦਾ ਭਲਾ ਕਰਦਾ ਜੀ, ਪਰ ਤਮ ਗੁਰਮੁਖ ਦੀ ਇਹ ਅਵਸਥਾ ਨਹੀਂ ਹੁੰਦੀ। ਉਹਦੇ ਨਾਲ ਬੁਰਾ ਵੀ ਹੋ ਜੇ, ਉਹ ਕਹਿੰਦਾ ਬੁਰਾ ਨਹੀਂ, ਸਭ ਭਲਾ ਹੀ ਹੈ ਰੇ। ਉਹਦੀ ਅਵਸਥਾ ਹੋਰ ਉੱਚੀ ਹੁੰਦੀ ਜੀ। ਮਹਾਰਾਜ ਕਹਿੰਦੇ ਜਗਤ ਦਾ ਨਾਨਾਪਨ, ਆ ਤੇਰਾ, ਆ ਮੇਰਾ, ਇਹ ਮੇਰਾ ਘਰ, ਇਹ ਗੱਲਾਂ ਗੁਰਮੁਖਾਂ ਅੰਦਰ ਹੁੰਦੀਆਂ ਹੀ ਨਹੀਂ, ਹੁੰਦੀਆਂ ਹੀ ਨਹੀਂ ਜੀ। ਬਾਬਾ ਸੇਵਾ ਸਿੰਘ ਜੀ ਹੋਏ ਕਾਰ ਸੇਵਾ ਵਾਲੇ ਜੀ, ਕਿਲਾ ਆਨੰਦਗੜ੍ਹ ਜਿੰਨਾ ਬਣਵਾਇਆ ਜੀ, ਆਨੰਦਗੜ੍ਹ ਵਾਲੇ ਵੱਜਦੇ ਜੀ। ਉਹ ਜਿਸ ਦਿਨ ਸੰਗਤ ਜੀ ਉਹਨਾਂ ਨੇ ਸਰੀਰ ਤਿਆਗਣਾ ਸੀ ਨਾ, 1-2 ਦਿਨ ਪਹਿਲਾਂ ਕੁੜਤੀ ਦਿੱਤੀ ਜੀ ਆਪਣੇ ਸੇਵਾਦਾਰ ਨੂੰ। ਕਾਰ ਸੇਵਾ ਵਾਲੇ ਕੁੜਤੀ ਦਿੰਦੇ ਆ। ਕਹਿਣ ਲੱਗੇ, ਲੈ ਗੁਰਮੁਖਾ ਵੇਖ ਲੈ, ਇਹਦੇ ਵਿੱਚ ਕੋਈ ਪੈਸਾ ਨਹੀਂ ਹੋਏਗਾ। ਕਹਿਣ ਲੱਗੇ ਸਾਰੀ ਖਾਲੀ ਹੋ, ਜਿੰਨੇ ਪੈਸੇ ਸੀ ਮੈਂ ਗੁਰੂ ਘਰ ਲਾ ਦਿੱਤੇ, ਆਪਣੇ ਕੋਲ ਕੁਝ ਨਹੀਂ ਰੱਖਿਆ, ਮੇਰਾ ਕੁਝ ਵੀ ਨਹੀਂ ਹੋ, ਤੂੰ ਵੀ ਇੰਝ ਹੀ ਕਰਨਾ ਹੀ। ਕਹਿਣ ਲੱਗੇ ਜੋੜਿਆ ਕੁਝ ਨਹੀਂ। ਹਾਂਜੀ, ਸਭ ਕੁਝ ਵਾਹਿਗੁਰੂ ਦਾ ਹੈ। ਮਹਾਰਾਜ ਕਹਿਣ ਲੱਗੇ ਜਿਹੜੇ ਫਿਰ ਤਮ ਗੁਰਮੁਖ ਹੁੰਦੇ ਨਾ, ਉੱਤੇ ਵਾਲੇ, ਉਹ ਫਿਰ ਆਪਣਾ ਸਮਝਦੇ ਹੀ ਕੁਝ ਨਹੀਂ ਜੀ, ਹੈ ਹੀ ਸਭ ਵਾਹਿਗੁਰੂ ਦਾ ਜੀ। ਹਾਂਜੀ। ਏਕ ਰੂਪ ਲਖੀਅਤ ਸਭ ਮਾਹੀ। ਸਾਰਿਆਂ ਵਿੱਚ ਫਿਰ ਇੱਕ ਰੂਪ ਵਾਹਿਗੁਰੂ ਨੂੰ ਹੀ ਵਹਿੰਦੇ ਆ ਜੀ। ਕੱਢ ਕੇ ਆਖੋ ਵਾਹਿਗੁਰੂ। ਉਹ ਹੁਣ ਇਹਦੀ ਉਦਾਹਰਣ ਕੌਣ ਹੈ? ਧੰਨ ਧੰਨ ਭਾਈ ਕਨ੍ਹਈਆ ਸਾਹਿਬ ਜੀ। ਸ੍ਰੀ ਅਨੰਦਪੁਰ ਸਾਹਿਬ ਜਾਓ, ਅੱਜ ਵੀ ਉਹ ਮਸ਼ਕ ਸੁਭਾਏਮਾਨ ਹੈ ਸੰਗਤ ਦੀ, ਜਿੱਥੇ ਭਾਈ, ਜਿਹਦੇ 'ਚ ਭਾਈ ਕਨ੍ਹਈਆ ਜੀ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਂਦੇ ਸੀਗੇ ਜੀ। ਹੁਣ ਮੈਂ ਵੀ ਇਹ ਸ਼ਬਦ ਬੋਲਿਆ ਨਾ, ਦੁਸ਼ਮਣਾਂ ਨੂੰ ਪਾਣੀ ਪਿਆਉਂਦੇ। ਠੀਕ ਹੈ, ਗੁਰਮੁਖ ਸਮਝਦਾ ਹੈ ਦੁਸ਼ਮਣ ਹੈ ਪਰ ਇਹਦਾ ਭਲਾ ਕਰਨਾ ਹੈ, ਤਰ ਵੀ ਸਮਝਦਾ ਹੈ। ਪਰ ਜਿਹੜਾ ਤਮ ਗੁਰਮੁਖ ਹੈ, ਸਿੰਘਾਂ ਸ਼ਿਕਾਇਤ ਲਾਈ ਕਲਗੀਧਰ ਜੀ ਨੂੰ, ਮਹਾਰਾਜ ਇਹ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦੇ ਆ। ਕਲਗੀਧਰ ਮਹਾਰਾਜ ਨੇ ਪੁੱਛਿਆ, ਭਾਈ ਕਨ੍ਹਈਆ ਇਹ ਕੀ ਕਹਿ ਰਹੇ ਆ, ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਹੋ? ਭਾਈ ਕਨ੍ਹਈਆ ਜੀ ਕਹਿੰਦੇ, ਮਹਾਰਾਜ ਕੌਣ ਦੁਸ਼ਮਣ ਹੈ? ਮੈਨੂੰ ਤੇ ਸਾਰਿਆਂ 'ਚ ਵਿਖਦੇ ਹੀ ਤੁਸੀਂ ਹੋ ਮਹਾਰਾਜ, ਮੈਂ ਤੇ ਤੁਹਾਨੂੰ ਹੀ ਪਾਣੀ ਪਿਆਉਂਦਾ। ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ, ਏਕ ਰੂਪ ਲਖੀਅਤ ਸਭ ਮਾਹੀ। ਗੁਰਮੁਖ ਤਮ ਜਿਹੜਾ ਹੈ ਨਾ, ਉਹ ਇੱਕ ਰੂਪ ਹੀ ਸਾਰਿਆਂ 'ਚ ਵਹਿੰਦਾ ਹੈ ਜੀ। ਹਾਂਜੀ। ਅਬ ਸੁਨ ਗੁਰਮੁਖ ਕੀ ਬਿਦ ਤੀਨ। ਫਿਰ ਪੜੋ, ਅਬ ਸੁਨ ਮਨਮੁਖ ਕੀ ਬਿਦ ਤੀਨ। ਇਹ ਸੀ 3 ਤਰ੍ਹਾਂ ਦੇ ਗੁਰਮੁਖ। ਮਹਾਰਾਜ ਕਹਿੰਦੇ ਹੁਣ 3 ਤਰ੍ਹਾਂ ਦੇ ਮਨਮੁਖ ਵੀ ਸੁਣ ਲਓ। ਹਾਂਜੀ। ਕਿਨ ਜੇ ਤਿਨ ਸੰਗ ਨੀਕੀ ਕੀਨ। ਪਹਿਲਾਂ ਤੇ ਮਨਮੁਖ ਬਾਰੇ ਸੁਣੋ। ਮਨਮੁਖ ਬਾਰੇ, ਜੇ ਕੋਈ ਮਨਮੁਖ ਨਾਲ ਨੇਕੀ ਕਰੇ ਜੀ, ਹਾਂਜੀ, ਸੋ ਬਿਸਾਰ ਠਾਨੈ ਬੁਰਿਆਈ। ਉਹ ਨੇਕੀ ਨੂੰ ਭੁਲਾ ਦਿੰਦਾ ਤੇ ਉਹਦਾ ਬੁਰਾ ਕਰਦਾ ਜੀ।
ਬੜੇ ਬੰਦੇ ਇਹੋ ਜਿਹੇ ਹੈਗੇ ਜੀ, ਉਹਨਾਂ ਦਾ ਭਲਾ ਕੀਤਾ ਜੀ, ਉਹਨਾਂ ਭੁੱਲ ਹੀ ਗਏ ਵੀ ਇਹਨੇ ਕਿਸੇ ਸਮੇਂ ਸਾਡਾ ਭਲਾ ਕੀਤਾ ਸੀ, ਉਲਟਾ ਉਹਦੇ ਹੀ ਵੈਰ ਪੈ ਗਏ ਜੀ। ਇਹ ਮਨਮੁਖ ਹੈਗਾ, ਮਹਾਰਾਜ ਕਹਿਣ ਲੱਗੇ। ਹਾਂਜੀ, ਕਿਹੇ ਸੰਗ ਭਲੋ ਨਾ ਕਰੈ ਕਦਾਈ। ਕਦੀ ਕਿਸੇ ਨਾਲ ਭਲਾ ਕਰਨਾ ਹੀ ਨਹੀਂ ਜੀ, ਭਲਾ ਕਰਨਾ ਹੀ ਨਹੀਂ ਮਨਮੁਖ ਨੇ ਜੀ। ਹਾਂਜੀ, ਜਿਸ ਨੇ ਮਨ ਹੀ ਕੋ ਮੁਖ ਕੀਨ। ਬਸ ਆਪਣੇ ਮਨ ਦੀ ਗੱਲ ਮੰਨਣੀ। ਮਹਾਰਾਜ ਕਹਿੰਦੇ ਮਨ ਕਰਦਾ ਕਿਸੇ ਨੂੰ ਵਰਤ ਲਿਆ, ਮਨ ਕਰਦਾ ਕਿਸੇ ਨੂੰ ਬੁਲਾ ਲਿਆ, ਲੋੜ ਨਹੀਂ ਹੈਗੀ ਚਲੋ ਜੀ ਉਹ ਬੰਦਾ ਲੰਘ ਗਿਆ, ਫਤਿਹ ਵੀ ਨਹੀਂ ਬੁਲਾਉਣੀ ਜੀ ਉਹਨਾਂ ਦੀ। ਆਖੋ ਵਾਹਿਗੁਰੂ ਵਾਹਿਗੁਰੂ। ਬਸ ਆਪਣੇ ਮਨ ਦੀ ਕਰਨੀ ਜੀ। ਹਾਂਜੀ, ਮਨ ਕੋ ਕਹਿਓ ਕਰੈ ਮਤਹੀਨ। ਮਨ ਦਾ ਕਹਿਆ ਕਰਦਾ ਵਾ, ਇਹੋ ਜਿਹਾ ਬੰਦਾ ਮਤਹੀਣ ਹੁੰਦਾ। ਮਹਾਰਾਜ ਕਹਿਣ ਲੱਗੇ ਹਾਂਜੀ, ਧਰਮ ਨਾ ਰਾਖੈ ਹੈ ਨਿੰਦਾ ਕਿਆ ਹੈ। ਹਾਂ, ਧਰਮ ਨਹੀਂ ਰੱਖਦਾ। ਧਰਮ ਤਾਂ ਹੈਗਾ ਜੇ ਤੁਹਾਡੀ ਕਿਸੇ ਨੇ ਮਦਦ ਕੀਤੀ ਤੁਸੀਂ ਵੀ ਕਰੋ। ਉਲਟਾ ਜੇ ਮਹਾਰਾਜ ਕਹਿੰਦੇ ਤੁਹਾਡਾ ਕਿਸੇ ਨੇ ਭਲਾ ਕੀਤਾ ਹੈ ਨਾ, ਤੇ ਮਨਮੁਖ ਉਹਦੀ ਨਿੰਦਿਆ ਕਰਦਾ ਹੈ, ਭੁਲਾ ਦਿੰਦਾ ਵੀ ਇਹਨੇ ਮੇਰਾ ਭਲਾ ਕੀਤਾ ਸੀਗਾ। ਹਾਂਜੀ, ਕਪਟ ਕੂਰ ਕਰ ਲਪਟ ਤ੍ਰਿਆ ਹੈ। ਸਦਾ ਕਪਟ ਹੀ ਕਰਦਾ, ਝੂਠ ਹੀ ਬੋਲਦਾ, ਇਸਤਰੀਆਂ ਨਾਲ ਪ੍ਰੇਮ ਕਰਦਾ ਹੈ, ਆਪਣੀ ਇਸਤਰੀ ਨੂੰ ਛੱਡ ਕੇ ਦੂਜੀਆਂ ਦੇ ਨਾਲ ਪ੍ਰੇਮ ਪੈਦਾ ਕਰਦਾ ਹੈ। ਇਹ ਵੀ ਮਨਮੁਖ ਦੇ ਲੱਛਣ ਨੇ। ਹਾਂਜੀ, ਅਸ ਮਨਮੁਖ ਕੇ ਲੱਛਣ ਜਾਨ। ਇਹ ਮਨਮੁਖ ਦੇ ਲੱਛਣ ਨੇ, ਮਹਾਰਾਜ ਕਹਿਣ ਲੱਗੇ। ਹਾਂਜੀ, ਅਬ ਮਨਮੁਖ ਤਰ ਕੋ ਸੁਨ ਕਾਨ। ਮਨਮੁਖ ਤਰ ਵੀ ਹੁੰਦੇ, ਇਹਦੇ ਤੋਂ ਵੀ ਉੱਤੇ। ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਬਾਰੇ ਵੀ ਮਹਾਰਾਜ ਕਹਿੰਦੇ ਸੁਣ ਲਾ। ਹਾਂਜੀ, ਪਰ ਕੋ ਭਲਾ ਹੋਤ ਦੁੱਖ ਭਾਵੈ। ਇਹ ਤਾਂ ਪਹਿਲਾਂ ਤੇ ਸੀ ਨਾ ਵੀ ਕਿਸੇ ਨੇ ਭਲਾ ਕੀਤਾ ਉਹਦਾ, ਤੇ ਉਹਨੇ ਉਹਦਾ ਬੁਰਾ ਕਰਨਾ। ਮਹਾਰਾਜ ਕਹਿੰਦੇ ਹੁਣ ਸੁਣ ਲਾ, ਤਰ ਮਨਮੁਖ। ਕਿਸੇ ਦਾ ਭਲਾ ਹੋ ਰਿਹਾ ਹੋਵੇ ਨਾ, ਵੇਖ ਕੇ ਜਰਦੇ ਹੀ ਨਹੀਂ ਜੀ, ਇਹਦਾ ਭਲਾ ਕਿਉਂ ਹੋ ਰਿਹਾ। ਹੁੰਦੇ ਕਿ ਨਹੀਂ ਇਹੋ ਜਿਹੇ ਬੰਦੇ ਦੀ, ਆਮ ਹੀ ਤੁਰੇ ਫਿਰਦੇ ਸੰਸਾਰ 'ਚ ਦੀ। ਜਾਓ ਉਹਨੂੰ ਕਹੋ ਹੌਲੀ ਬੋਲੇ, ਇਹਦਾ ਭਲਾ ਕਿਉਂ ਹੋ ਰਿਹਾ। ਹਾਂਜੀ, ਕਿਮ ਬਿਗਰਹਿ ਹੈ ਅਸ ਜਤਨ ਬਣਾਵੇ। ਫਿਰ ਚੋਟੀ ਦਾ ਜ਼ੋਰ ਲਾਉਣਾ ਵੀ ਇਹਦਾ ਗੱਲ ਵਿਗੜ ਜਾਵੇ ਜੀ। ਚੁਗਲੀ ਲਾਏਗਾ, ਨਿੰਦਿਆ ਕਰੇਗਾ, ਇਹਦੀ ਗੱਲ ਵਿਗੜ ਜਾਵੇ ਕਿਸੇ ਤਰੀਕੇ ਨਾਲ। ਮਨਮੁੱਖਾਂ ਦਾ ਪਤਾ ਕੀ ਹੁੰਦਾ ਜੀ, ਕਿਸੇ ਦੀ ਧੀ ਦਾ, ਕਿਸੇ ਦੇ ਪੁੱਤ ਦਾ ਚੰਗੇ ਘਰ ਰਿਸ਼ਤਾ ਹੋ ਗਿਆ ਜੀ, ਸੜ ਕੇ ਵੇਖ ਕੇ ਜੀ ਪਾਨੀ ਮਾਰ ਦੇਣੀ ਜੀ। ਆਖੋ ਵਾਹਿਗੁਰੂ। ਨਾ ਨਾ ਉਰੇ ਨਾ ਕਰਿਓ। ਉਹ ਮਨਮੁੱਖਾਂ ਦੇ ਫਿਰ ਲੱਛਣ ਨੇ ਨਾ ਜੀ, ਚੁਗਲੀ ਕਰ ਆਉਣੀ ਜੀ। ਨਾ ਨਾ ਨਾ, ਉਹ ਬੰਦਾ ਬੜਾ ਬੁਰਾ ਹੈਗਾ, ਉਹ ਵਿਚਾਰਾ ਭਾਵੇਂ ਬੜਾ ਚੰਗਾ ਹੋਵੇ ਜੀ। ਮਹਾਰਾਜ ਕਹਿੰਦੇ ਤਰ ਮਨਮੁਖ ਨੇ, ਤਰ ਮਨਮੁਖ। ਹਾਂਜੀ, ਦੇਖਤ ਸੁਨਤ ਤਪਤ ਅਤ ਛਾਤੀ। ਕਿਸੇ ਦਾ ਭਲਾ ਹੁੰਦਾ ਵੇਖਦੇ ਆ ਨਾ, ਦੁਖੀ ਹੁੰਦੇ ਆ, ਸੁਣਦੇ ਆ ਤਾਂ ਵੀ ਦੁਖੀ ਹੁੰਦੇ, ਛਾਤੀ ਤਪਦੀ ਉਹਨਾਂ ਦੀ। ਮਹਾਰਾਜ ਕਹਿਣ ਲੱਗੇ ਹਾਂਜੀ, ਚਿਤਵਹਿ ਕੋ ਹੋਵੇ ਇਸ ਘਾਤੀ। ਤੇ ਸੋਚਦੇ ਕੀ ਹੈ, ਕਿਸੇ ਤਰੀਕੇ ਨਾਲ ਇਹ ਬੰਦਾ ਮਾਰੀ ਜਾਵੇ, ਇਹਦਾ ਨਾਸ ਹੀ ਹੋ ਜੇ। ਆਮ ਹੀ ਹੁੰਦਾ ਜੀ, ਇਹ ਆਮ ਹੀ ਹੁੰਦਾ ਜੀ। ਹਾਂਜੀ, ਅਪਰ ਭਲਾ ਕੋ ਕਹਾਂ ਸੁਹਾਏ। ਸਖਾ ਭਲੇ ਕੋ ਸੁਨ ਤਪਤਾਏ। ਹੋਰ ਤੇ ਕਿਸੇ ਦਾ ਭਲਾ ਮਹਾਰਾਜ ਕਹਿੰਦੇ ਉਹਨੂੰ ਕੀ ਚੰਗਾ ਲੱਗਣਾ ਹੈ। ਕਿਸੇ ਪਿਆਰੇ ਦਾ ਵੀ ਭਲਾ ਹੋ ਰਿਹਾ ਹੋਵੇ ਨਾ, ਉਹਦੇ ਮਿੱਤਰ ਦਾ ਵੀ, ਉਹਨੂੰ ਵੇਖ ਕੇ ਵੀ ਉਹ ਦੁਖੀ ਹੋਈ ਜਾਂਦਾ ਜੀ। ਜਿਹਦੇ ਨਾਲ ਪਿਆਰ ਹੈ ਉਹਦਾ ਭਲਾ ਹੁੰਦਿਆ ਮਨ 'ਚ ਸੋਚਣਾ ਨਾ ਹੀ ਹੋਵੇ, ਮਨਮੁਖ ਹੈਗਾ ਜੀ। ਮੁਖ ਤੇ ਮੀਠੀ ਕਹੈ ਸੁਨਾਵੇ। ਅੱਛਾ, ਉਹਦੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਮਹਾਰਾਜ ਕਹਿੰਦੇ ਪੂਰੀਆਂ ਕਰੇਗਾ, ਮਨੋਂ ਕਹੇਗਾ ਵੀ ਇਹਦਾ ਕੰਮ ਨਾ ਬਣੇ ਜੀ। ਮੂੰਹੋਂ ਮਿੱਠੀਆਂ ਗੱਲਾਂ ਪੂਰੀਆਂ ਜੀ। ਇਹੋ ਜਿਹੇ ਬੰਦੇ ਹੈਗੇ ਕਿ ਨਹੀਂ ਹੈਗੇ ਜੀ? ਹੁੰਦੇ ਆ ਜੀ। ਹਾਂਜੀ, ਨਹਿ ਉਰ ਜਰੈ ਸੋ ਜਰ ਜਰ ਜਾਵੇ। ਸਹਾਰਦਾ ਨਹੀਂ, ਮਨ 'ਚ ਸੜਦਾ ਹੀ ਰਹਿੰਦਾ ਜੀ, ਸੜਦਾ ਹੀ ਰਹਿੰਦਾ। ਤੇ ਇਹੋ ਜਿਹੇ ਬੰਦਿਆਂ ਤੋਂ ਲੋਕ ਡਰਦੇ, ਦੱਸਦੇ ਹੀ ਕੁਝ ਨਹੀਂ। ਆਮ ਹੀ ਬੀਬੀਆਂ ਕਹਿੰਦੀਆਂ ਨਾ, ਉਹਦੇ ਨਾਲ ਨਾ ਗੱਲ ਕਰੀ, ਸੜਨਾ ਬੜਾ ਹੀ ਉਹਨੇ, ਫਿਰ ਪੁੱਠੇ ਕੰਮ ਕਰਨੇ ਜੀ ਉਤੋਂ।
ਹਿਤ ਅਨਹਿਤ ਸਮ ਏਕ ਵਿਚਾਰਹਿ ਹੈ। ਉਹਦੇ ਵਾਸਤੇ ਨਾ ਕੋਈ ਪਿਆਰਾ ਨਾ ਕੋਈ ਦੂਜਾ ਜੀ, ਉਹਨੇ ਤਾਂ ਸਭ ਦਾ ਬੁਰਾ ਹੀ ਸੋਚਣਾ। ਹਾਂਜੀ, ਸਭ ਕੋ ਬੁਰੋ ਹੋਏ ਸੁਖ ਧਾਰੈ। ਜੇ ਸਾਰਿਆਂ ਦਾ ਬੁਰਾ ਹੋਵੇ ਉਹ ਮਨਮੁਖ ਜਿਹੜਾ ਨਾ ਬੜਾ ਖੁਸ਼ ਹੁੰਦਾ ਜੀ। ਹਾਂਜੀ, ਸਭ ਜਗ ਕੋ ਬੈਰੀ ਸਮਝਾਨੈ। ਤੇ ਹੌਲੀ ਹੌਲੀ ਸਾਰੇ ਜਗਤ ਨੂੰ ਹੀ ਵੈਰੀ ਜਾਣਨ ਲੱਗ ਪੈਂਦਾ ਜੀ। ਕਈਆਂ ਦੀ ਕਿਸੇ ਨਾਲ ਬਣਦੀ ਨਹੀਂ ਜੀ, ਆਖੋ ਵਾਹਿਗੁਰੂ। ਬਣਦੀ ਨਹੀਂ ਕਿਸੇ ਨਾਲ ਜੀ, ਨਹੀਂ ਬਣਦੀ ਜੀ, ਲੜਾਈ ਹੀ ਰਹਿੰਦੀ ਜੀ ਉਹਨਾਂ ਦੀ। ਬਹੁਤਨ ਸੰਗ ਦ્વੈਸ਼ ਹੀ ਠਾਨੈ। ਬਹੁਤਿਆਂ ਨਾਲ ਈਰਖਾ ਹੀ ਕਰਦਾ ਰਵੇ ਉਹ ਮਨਮੁਖ ਹੈਗਾ। ਮਹਾਰਾਜ ਕਹਿੰਦੇ ਤਰ ਮਨਮੁਖ। ਹਾਂਜੀ, ਅਬ ਮਨਮੁਖ ਤਮ ਕੋ ਸੁਨ ਕਾਨ। ਮਹਾਰਾਜ ਕਹਿੰਦੇ ਭਗੀਰਥ ਹੁਣ ਤਰ ਮਨਮੁਖ ਦੇ ਵੀ ਲੱਛਣ ਸੁਣ ਲਓ। ਹਾਂਜੀ, ਸਭ ਕੋ ਬੁਰਾ ਆਪਨ ਹਿਤ ਠਾਨ। ਉਹ ਕੀ ਚਾਹੁੰਦਾ ਹੈ? ਤਰ ਮਨਮੁਖ ਚਾਹੁੰਦਾ ਵੀ ਸਾਰੇ ਜਗਤ ਦਾ ਬੁਰਾ ਹੋਵੇ ਤੇ ਮੇਰਾ ਭਲਾ ਹੋਵੇ। ਆਪਣੇ ਬੱਚਿਆਂ ਦੀ ਤੇ ਵਧੀਆ ਨੌਕਰੀ ਜੀ, ਤੇ ਦੂਜੇ ਵਿਚਾਰੇ ਝਾੜੂ ਹੀ ਫੇਰਨ। ਇਹ ਮਨਮੁਖ ਦੀ ਹੈ ਨਿਸ਼ਾਨੀ। ਹਾਂਜੀ, ਸਤਿਗੁਰ ਸ਼ਬਦ ਸ਼ਰਵ ਨਹਿ ਕਰੈ। ਤਰ ਮਨ ਵਾਹਿਗੁਰੂ ਤਮ ਮਨਮੁਖ ਜਿਹੜਾ ਹੈ ਨਾ, ਭੁੱਲ ਕੇ ਵੀ ਉਹ ਗੁਰੂ ਦੀ ਬਾਣੀ ਨਹੀਂ ਸੁਣ ਸਕਦਾ ਜੀ। ਕਥਾ ਪੁਰਾਨ ਕਾਨ ਨਹਿ ਧਰੈ। ਤੇ ਜੇ ਕਿਤੇ ਆ ਸੁਣਨੀ ਪੈ ਜੇ ਕਥਾ ਪੁਰਾਣਾ ਦੀ ਚੇਤੇ ਨਹੀਂ ਰੱਖਦਾ। ਉਹ ਕਹਿੰਦਾ ਇਹ ਵੀ ਕੋਈ ਕੰਮ ਹੈਗਾ। ਹਾਂਜੀ, ਦਾਨ ਪੁੰਨ ਇਸ਼ਨਾਨ ਬਹੀਨ। ਨਾ ਦਾਨ ਹੈ ਨਾ ਪੁੰਨ ਹੈ, ਨਾ ਇਸ਼ਨਾਨ ਕਰਦਾ ਨਾ ਨਾਮ ਜਪਦਾ। ਹਾਂਜੀ, ਕੂਰੋ ਕਹੈ ਜੀਵ ਕਾ ਧੀਨ। ਬਸ ਝੂਠ ਹੀ ਬੋਲਦਾ, ਝੂਠ ਦੀ ਖੱਟੀ ਖਾਂਦਾ, ਝੂਠ ਦੀਆਂ ਹੀ ਰੋਟੀਆਂ ਪਕਾ ਪਕਾ ਖਾਂਦਾ। ਮਹਾਰਾਜ ਕਹਿੰਦੇ ਬੜੇ ਬੰਦੇ ਸੰਗਤ ਜੀ ਐਸੇ ਹੈਗੇ ਜੀ, ਬੜੇ ਬੜੇ ਮਾੜੇ ਹਾਲ ਹੋਏ ਜੀ ਉਹਨਾਂ ਦੇ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਕਾਰ ਸੇਵਾ ਵਾਲੇ, ਉਹ ਗੁਰਮੁਖ ਬੰਦੇ ਜੀ। ਉਹਨਾਂ ਦੇ ਇਲਾਕੇ 'ਚ ਖਡੂਰ ਸਾਹਿਬ ਇੱਕ ਕਹਿੰਦਾ ਕਹਾਉਂਦਾ ਮੰਤਰੀ ਸੀਗਾ ਜੀ। ਉਹਨਾਂ ਮਹਾਂਪੁਰਖਾਂ ਨਾਲ ਈਰਖਾ ਕਰਦਾ, ਮਨਮੁਖ ਸੀ ਨਾ, ਤਰ ਮਨਮੁਖ। ਫਿਰ ਤਮ ਵੀ ਬਣਿਆ। ਉਹ ਝੂਠ ਬੋਲ ਬੋਲ ਚੁਗਲੀਆਂ ਲਾ ਲਾ ਉਹਨਾਂ ਫੜਾ ਦਿੱਤਾ ਤੇ ਮਹਾਂਪੁਰਖਾਂ ਤੇ ਬੜਾ ਤਸ਼ੱਦਦ ਕੀਤਾ ਜੀ। ਹਾਂਜੀ, ਮਹਾਂਪੁਰਖ ਸਭ ਕੁਝ ਜਰ ਗਏ ਜੀ। ਮਹਾਂਪੁਰਖ ਤੇ ਜਰ ਕੇ ਤੇ ਮਹਾਂਪੁਰਖਾਂ ਨੂੰ ਤੇ ਪਦਮ ਸ਼੍ਰੀ ਵੀ ਮਿਲਿਆ ਜੀ। ਉਹਨਾਂ ਨੂੰ ਤੇ ਸੰਗਤਾਂ ਮੱਥੇ ਵੀ ਟੇਕਦੀਆਂ। ਉਹਨਾਂ ਦੀ ਤੇ ਗੁਰੂ ਘਰ 'ਚ ਥਾਂ ਬਣ ਗਈ, ਜੈ ਜੈਕਾਰ ਹੈ। ਜਿਸ ਬੰਦੇ ਨੇ ਚੁਗਲੀ ਲਾ ਕੇ ਫੜਾਇਆ, ਅੱਜ ਵੀ ਉਹਦੀ ਕੋਠੀ ਹੈਗੀ ਹੈ, ਕਾਂ ਵੀ ਨਹੀਂ ਬੋਲਦੇ ਉੱਥੇ ਜੀ। ਕਈ ਥਾਵਾਂ ਤੇ ਕਾਂ ਬੋਲਦੇ ਨਾ ਜੀ, ਉੱਥੇ ਕਾਂ ਵੀ ਨਹੀਂ ਬੋਲਦੇ ਜੀ। ਬੜਾ ਬੁਰਾ ਹੁੰਦਾ ਫਿਰ ਇਹੋ ਜਿਹੇ ਬੰਦਿਆਂ ਨਾਲ। ਇਮ ਭਾਖੈ ਜਹ ਨਰ ਸਮਦਾਈ। ਹਮੈ ਨਾ ਫਲਤ ਕਰੀ ਭਲਿਆਈ। ਤੇ ਮਹਾਰਾਜ ਕਹਿਣ ਲੱਗੇ ਜਿੱਥੇ ਉਹ ਬੰਦਿਆਂ ਦਾ ਇਕੱਠ ਵੇਖਦੇ ਆ ਨਾ, ਉੱਥੇ ਹੀ ਫਿਰ ਉਹ ਬੁਰਿਆਈ ਕਰਨ ਲੱਗ ਪੈਂਦੇ ਆ। ਭਲਿਆਈ ਤਾਂ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਕਿਸੇ ਦੀ ਹੁੰਦੀ ਜੀ। ਹਾਂਜੀ, ਕਰਤ ਬੁਰਾਈ ਹੀ ਸੁਖ ਪਾਵੈ। ਨਿੰਦਿਆ ਹੀ ਕਰੀ ਜਾਣਗੇ, ਸਮਝਦੇ ਵੀ ਸੁੱਖ ਮਿਲੇਗਾ। ਹਾਂਜੀ, ਆਸ ਮਨਮੁਖ ਤਮ ਨਰਕ ਸਿਧਾਵੈ। ਇਹੋ ਜਿਹੇ ਤਮ ਮਨਮੁਖ ਬੰਦੇ ਨਰਕਾਂ ਨੂੰ ਜਾਂਦੇ ਆ। ਜੇ ਰੱਬ ਨੇ ਸਰੀਰ ਦਿੱਤਾ ਕਿਸੇ ਦਾ ਭਲਾ ਕਰ ਦੋ, ਕਿਉਂ ਕਿਸੇ ਦਾ ਬੁਰਾ ਕਰਨਾ ਜੀ। ਹਾਂਜੀ, ਘੋਰ ਸਜਾਇਨ ਸਹਿ ਸਰੀਰ। ਘੋਰ ਸਜਾਵਾਂ ਮਿਲਦੀਆਂ, ਘੋਰ। ਹਾਂਜੀ, ਜਨਮ ਮਰਨ ਕੀ ਪੁਨ ਪੁਨ ਪੀਰ। ਜੰਮਦੇ ਰਹਿੰਦੇ ਮਰਦੇ ਰਹਿੰਦੇ, ਮਰ ਕਹਿੰਦੇ ਚੱਕਰ ਨਹੀਂ ਮੁੱਕਦਾ। ਸੁਨ ਤੀਨੋਂ ਗੁਰ ਕੋ ਉਪਦੇਸ਼। ਤਿੰਨਾਂ ਨੇ ਜਦੋਂ ਉਪਦੇਸ਼ ਸੁਣਿਆ ਮਹਾਰਾਜ ਦੇ ਮੁਖੋਂ, ਤਿੰਨ ਤਰ੍ਹਾਂ ਦੇ ਗੁਰਮੁਖ ਸੁਣੇ, ਤਿੰਨ ਤਰ੍ਹਾਂ ਦੇ ਮਨਮੁਖ ਸੁਣੇ ਜੀ। ਹਾਂਜੀ, ਗੁਰਮੁਖ ਲੱਛਣ ਧਰੇ ਅਸ਼ੇਸ਼। ਹੁਣ ਦੱਸੋ ਵੀ ਮਨਮੁਖ ਬਣਨਾ ਕਿ ਗੁਰਮੁਖ ਜੀ। ਹਾਂਜੀ, ਇਹ ਲੱਗਦਾ ਕਿਸੇ ਨੇ ਮਨਮੁਖ ਵੀ ਬਣਨਾ ਜੀ, ਕੋਈ ਬੋਲਦਾ ਹੀ ਨਹੀਂ ਜੀ। ਕੀ ਬਣਨਾ ਜੀ? ਗੁਰਮੁਖ। ਹਾਂ, ਗੁਰਮੁਖ ਬਣਨਾ।
ਉਹਨਾਂ ਗੁਰਮੁਖਾਂ ਦੇ ਲੱਛਣ ਧਾਰਨ ਕੀਤੇ ਜੀ। ਭਲਾ ਕੀਤਾ, ਨਾਮ ਜਪਿਆ, ਨਾਮ ਦਾਨ ਇਸ਼ਨਾਨ 'ਚ ਪਰਪਕਤਾ ਧਾਰਨ ਕੀਤੀ, ਦੂਜਿਆਂ ਦਾ ਭਲਾ ਕੀਤਾ, ਕਿਸੇ ਦੇ ਕੀਤੇ ਭਲੇ ਨੂੰ ਚੇਤੇ ਰੱਖਿਆ, ਸਭ ਦੀ ਭਲਾਈ ਬਾਰੇ ਸੋਚਿਆ। ਹੌਲੀ ਹੌਲੀ ਫਿਰ ਸਾਰਿਆਂ ਨੂੰ ਵਾਹਿਗੁਰੂ ਦਾ ਰੂਪ ਹੀ ਸਮਝਿਆ ਜੀ। ਹਾਂਜੀ, ਸ਼੍ਰੀ ਸਤਿਗੁਰ ਕੋ ਸੇਵਤ ਰਹੇ। ਮਹਾਰਾਜ ਗਰੀਬ ਨਵਾਜ ਜੀ ਨੂੰ ਸੇਵਦੇ ਰਹੇ, ਸੇਵਾ ਕਰਦੇ ਰਹੇ ਗੁਰੂ ਘਰ ਦੀ। ਨਿਜ ਸਰੂਪ ਮੈਂ ਥਿਰਤਾ ਲਹੇ। ਹੌਲੀ ਹੌਲੀ ਨਿਜ ਸਰੂਪ 'ਚ ਟਿਕ ਗਏ ਜੀ, ਆਤਮਿਕ ਰੂਪ 'ਚ ਟਿਕ ਗਏ ਜੀ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਮਿਹਰ ਕਰਨ। ਤੁਸੀਂ ਸੁਣਿਆ ਤਿੰਨਾਂ ਨੂੰ ਮਹਾਰਾਜ ਨੇ ਗੁਰਮੁਖਾਂ ਮਨਮੁਖਾਂ ਬਾਰੇ ਦੱਸਿਆ ਜੀ। ਆਓ ਪੰਕਤੀ ਪੜੋ, ਗੁਰਮੁਖ ਦੇ ਕੀ ਲੱਛਣ ਹੁੰਦੇ ਆ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ। ਵਾਹਿਗੁਰੂ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ। ਗੁਰਮੁਖ ਬਣਨਾ, ਗੁਰਮੁਖ। ਤੇ ਭਾਈ ਸਮੁੰਦਰ ਜੀ ਕਹਿੰਦੇ ਸੀ ਨਾ, ਮਹਾਰਾਜ ਜੇ ਦੱਸਿਆ ਤੇ ਕਿਰਪਾ ਵੀ ਕਰ ਦਿਓ, ਕਿਰਪਾ ਵੀ ਮੰਗਣੀ ਮਹਾਰਾਜ ਕੋਲ। ਤੇ ਲਓ 2 ਮਿੰਟ ਪਏ ਆ ਜੀ, ਹੈ ਲੱਖ ਸਿੱਧੇ ਕਰਕੇ ਪ੍ਰੇਮ ਨਾਲ। ਹਾਂਜੀ, ਬਾਲਾ ਕਾਲੀ ਨਾ ਬੋਲ ਕੇ ਕੀ ਕਰਨਾ ਜੀ, ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਲਈਏ, ਫਿਰ ਖਿਮਾ ਮੰਗਾਂਗੇ। ਸਾਰੀ ਸੰਗਤ ਕਹੋ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ। ਇਹ ਸੰਗਤ ਦਾ ਲਾਭ ਹੁੰਦਾ ਹੈ। ਕਈਆਂ ਨੇ ਸਵੇਰ ਦਾ ਇੰਨੀ ਵਾਰੀ ਵਾਹਿਗੁਰੂ ਵਾਹਿਗੁਰੂ ਚੌਂਕੜੀ ਮਾਰ ਕੇ ਨਹੀਂ ਕਿਹਾ ਹੋਣਾ ਜੀ। ਕਈਆਂ ਤੇ ਬਹੁਤ ਜਪਿਆ ਹੁੰਦਾ ਜੀ, ਤੇ ਕਈਆਂ ਨੇ ਸਵੇਰ ਦਾ ਨਹੀਂ ਇੰਨਾ ਜਪਿਆ ਹੁੰਦਾ ਜੀ। ਹਾਂਜੀ, ਤੇ ਸੰਗਤ ਵਿੱਚ ਆ ਕੇ ਬੈਠਣ ਨਾਲ, ਨਾਮ ਜਪਣ ਨਾਲ ਬੰਦੇ ਦੇ ਬੜੇ ਹੀ ਪੁੰਨ ਬਣਦੇ ਜੀ, ਬੜੇ ਹੀ ਪੁੰਨ ਬਣਦੇ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ ਸਾਡੇ ਤੇ ਮਿਹਰ ਕਰਨ, ਕਿਰਪਾ ਕਰਨ, ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।